तिल्क ओजने हूँ कायम है, रहमते कादर का सदका। ये बातें और पर्दे कायम हैं हिंद की चादर का सदका। और ये दिल्ली जो अब तक बोल रही गुरु तेग बहादुर का सदका। ਅੱਜ मैं आप जी के सामने सरबंस के दानी हिंद की चादर श्री गुरु तेग बहादुर जी के जीवन बारे कुछ विचार साझे करन जा रही हाँ। मैनू आस है कि तुसीं ध्यान नाल सुनोगे। श्री गुरु तेग बहादुर जी सिखां दे 9वें गुरु सन। आप जी का जन्म 1 अप्रैल 1621 ईस्वी ਨੂੰ ਅੰਮ੍ਰਿਤਸਰ ਵਿਖੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਆਪ ਬਚਪਨ ਤੋਂ ਹੀ ਭਗਤੀ ਵਿੱਚ ਲੀਨ ਰਹਿੰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਨੂੰ ਵਿਦਿਆ ਆਪਣੀ ਦੇਖ ਰੇਖ ਹੇਠ ਕਰਵਾਈ। ਆਪ ਨੇ 1634 ਈਸਵੀ ਵਿੱਚ ਆਪਣੇ ਪਿਤਾ ਜੀ ਨਾਲ ਕਰਤਾਰਪੁਰ ਦੇ ਯੁੱਧ ਵਿੱਚ ਆਪਣੀ ਤਲਵਾਰ ਦੇ ਜੋਹਰ ਵਿਖਾਏ। ਆਪ ਜੀ ਦਾ ਵਿਆਹ 1634 ਈਸਵੀ ਵਿੱਚ ਮਾਤਾ ਗੁਜਰੀ ਜੀ ਨਾਲ ਹੋਇਆ। ਆਪ ਜੀ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਗੋਬਿੰਦ ਰਾਏ ਰੱਖਿਆ ਗਿਆ। ਬਾਅਦ ਵਿੱਚ ਉਹ ਸਿੱਖਾਂ ਦੇ 10ਵੇਂ ਗੁਰੂ ਬਣੇ। ਆਪ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੇਹਾਂਤ ਪਿੱਛੋਂ ਪਿੰਡ ਬਕਾੜਾ ਵਿੱਚ ਆ ਗਏ ਅਤੇ ਉੱਥੇ 20 ਸਾਲ ਭੋਰੇ ਵਿੱਚ ਬੈਠ ਕੇ ਭਗਤੀ ਕਰਦੇ ਰਹੇ। ਇਸ ਤੋਂ ਬਾਅਦ ਆਪ ਗੁਰੂ ਰੂਪ ਵਿੱਚ ਪ੍ਰਗਟ ਹੋਏ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਰੂਪ ਵਿੱਚ ਪ੍ਰਗਟ ਹੋਣ ਤੋਂ ਮਗਰੋਂ ਦੂਰ ਦੂਰ ਥਾਂ ਥਾਂ ਤੱਕ ਧਰਮ ਪ੍ਰਚਾਰ ਕੀਤਾ। ਉਸ ਤੋਂ ਬਾਅਦ ਆਪ ਪਿੰਡ ਬਕਾੜਾ ਤੋਂ ਕੀਰਤਪੁਰ ਆ ਗਏ ਅਤੇ ਉੱਥੇ ਆਪ ਨੇ ਕਹਿਲੂਰ ਦੇ ਰਾਜੇ ਕੋਲੋਂ ਜ਼ਮੀਨ ਖਰੀਦ ਕੇ ਆਨੰਦਪੁਰ ਨਗਰ ਵਸਾਇਆ, ਜਿੱਥੇ ਗੁਰੂ ਗੋਬਿੰਦ ਸਾਹਿਬ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਕਸ਼ਮੀਰ ਦਾ ਸ਼ੇਰ ਅਫਗਾਨ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰੀ ਪੰਡਤ ਦੁਖੀ ਹੋ ਕੇ ਆਪ ਜੀ ਦੇ ਕੋਲ ਆਏ। ਆਪ ਜੀ ਉਹਨਾਂ ਦੀ ਰੱਖਿਆ ਲਈ ਚਲੇ ਗਏ। ਆਪ ਧਰਮ ਪ੍ਰਚਾਰ ਕਰਦੇ ਹੋਏ ਆਗਰੇ ਪੁੱਜੇ ਅਤੇ ਉੱਥੇ ਆਪ ਜੀ ਨੂੰ ਕੈਦੀ ਕਰ ਲਿਆ ਗਿਆ ਅਤੇ ਫਿਰ ਆਪ ਨੂੰ 5 ਸਿੱਖਾਂ ਸਮੇਤ ਇੱਕ ਢੱਠੀ ਹੋਈ ਇਮਾਰਤ ਵਿੱਚ ਕੈਦ ਕਰ ਲਿਆ ਗਿਆ। ਆਪ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ, ਪਰ ਆਪ ਨੇ ਇੱਕ ਨਾ ਮੰਨੇ। ਆਪ ਨੂੰ ਅਨੇਕਾਂ ਤਸੀਹੇ ਵੀ ਦਿੱਤੇ ਗਏ, ਪਰ ਆਪ ਅਡੋਲ ਰਹੇ ਅਤੇ ਆਪ ਨੂੰ ਸ਼ਹੀਦੀ ਕਰਨ ਲਈ ਲੈ ਜਾਇਆ ਗਿਆ। ਆਪ ਭਾਈ ਮਤੀ ਦਾਸ ਨੂੰ ਆਰੇ ਵਿੱਚ ਚੀਰ ਦਿੱਤਾ ਗਿਆ, ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਅਤੇ ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਅੰਤ ਆਪ ਵੀ ਸ਼ਹੀਦੀ ਦੇਣ ਲਈ ਤਿਆਰ ਹੋ ਗਏ। ਇੱਕ ਦਿਨ ਆਪ ਜਪਜੀ ਸਾਹਿਬ ਦਾ ਪਾਠ ਕਰਨ ਉਪਰੰਤ ਬੋਹੜ ਦੇ ਰੁੱਖ ਹੇਠਾਂ ਬੈਠ ਗਏ, ਸਿਰ ਝੁਕਾ ਕੇ ਬੈਠ ਗਏ ਅਤੇ ਜਲਾਦ ਨੇ ਆਪ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਇਹ ਦਿਨ 11 ਨਵੰਬਰ 1675 ਈਸਵੀ ਨੂੰ ਵਾਪਰਿਆ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੀਸਗੰਜ ਸੁਸ਼ੋਭਿਤ ਹੈ। ਅੰਤ ਆਪ ਨੇ ਸੀਸ ਦਿੱਤਾ ਪਰ ਸਿਰ ਨਾ ਦਿੱਤਾ। ਹੋਂ ਬਲਿਹਾਰੀ ਸਤਿਗੁਰ ਪੂਰੇ, ਸ਼ਰਨ ਕੇ ਦਾਤੇ ਭਜਨ ਕੇ ਪੂਰੇ। ਇਸ ਤਰ੍ਹਾਂ ਆਪ ਜੀ ਦੀ ਸ਼ਹੀਦੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਜ਼ੁਲਮ ਭਾਵੇਂ ਕਿਸੇ 'ਤੇ ਵੀ ਹੋਵੇ, ਪਰ ਸਾਨੂੰ ਖੜਨਾ ਚਾਹੀਦਾ ਹੈ। ਉਸ ਸਮੇਂ ਹਿਊਮਨ ਰਾਈਟਸ ਦੇ ਸ਼ਬਦ ਦੀ ਉਤਪਤੀ ਵੀ ਨਹੀਂ ਹੋਈ ਸੀ ਕਿ ਆਪ ਨੇ ਸ਼ਹੀਦੀ ਵੀ ਦੇ ਦਿੱਤੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।